ਕਿਸਾਨਾਂ ਦੀਆਂ ਫਸਲਾਂ ਨੂੰ ਆਏ ਦਿਨ ਕਿਸੇ ਨਾ ਕਿਸੇ ਬਿਮਾਰੀ ਦੀ ਮਾਰ ਝੱਲਣੀ ਪੈਂਦੀ ਹੈ, ਜਿਸ ਨਾਲ ਕਿਸਾਨਾਂ ਦੀ ਕਾਫੀ ਫਸਲ ਖਰਾਬ ਹੋ ਜਾਂਦੀ ਹੈ। ਹਾਲਾਂਕਿ ਇਹਨਾਂ ਬਿਮਾਰੀਆਂ ਤੋਂ ਬਚਣ ਦੇ ਲਈ ਮਾਰਕੀਟ ਦੇ ਵਿੱਚ ਕਈ ਤਰ੍ਹਾਂ ਦੀਆਂ ਦਵਾਈਆਂ ਉਪਲਬਧ ਹਨ, ਪਰ ਕਿਸਾਨਾਂ ਵੱਲੋਂ ਇਹਨਾਂ ਦਵਾਈਆਂ ਦੀ ਵਰਤੋਂ ਦੀ ਸਹੀ ਜਾਣਕਾਰੀ ਨਾ ਹੋਣ ਦੇ ਚੱਲਦਿਆਂ ਗਲਤ ਤਰੀਕੇ ਤੇ ਗਲਤ ਢੰਗ ਨਾਲ ਇਹਨਾਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਫਸਲ ਦਾ ਨੁਕਸਾਨ ਹੋ ਜਾਂਦਾ ਹੈ। ਕਿਸਾਨਾਂ ਨੂੰ ਇਸ ਨੁਕਸਾਨ ਤੋਂ ਬਚਾਉਣ ਦੇ ਲਈ ਖੇਤੀਬਾੜੀ ਵਿਭਾਗ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਨੰਗਲ ਦੇ ਲਾਗਲੇ ਪਿੰਡ ਨਿੱਕੂ ਨੰਗਲ ਵਿਖੇ ਕਿਸਾਨਾਂ ਦੇ ਲਈ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਦੇ ਵਿੱਚ ਫਸਲਾਂ ਦੀ ਸਾਂਭ ਸੰਭਾਲ, ਦਵਾਈਆਂ ਦੀ ਸਹੀ ਵਰਤੋਂ ਅਤੇ ਬੀਜਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਖੇਤੀਬਾੜੀ ਵਿਭਾਗ ਨੇ ਨਿੱਕੂ ਨੰਗਲ ਦੇ ਕਈ ਪਿੰਡਾਂ ਦੇ ਵਿੱਚ ਕਣਕ ਨੂੰ ਪੀਲੀ ਕੁੰਗੀ ਦੀ ਮਾਰ ਪੈਣ ਬਾਰੇ ਦੱਸਿਆ, ਜਿਸ ਸੰਬੰਧੀ ਉਹਨਾਂ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਜਾਇਜ਼ਾ ਲੈਣ ਦੇ ਲਈ ਡਾਇਰੈਕਟਰ ਖੇਤੀਬਾੜੀ ਵਿਭਾਗ ਮੋਹਾਲੀ ਤੋਂ ਅਤੇ ਖੇਤੀਬਾੜੀ ਵਿਕਾਸ ਅਫਸਰ ਸ਼੍ਰੀ ਅਨੰਦਪੁਰ ਸਾਹਿਬ ਨਿੱਕੂ ਨੰਗਲ ਦੇ ਪਿੰਡਾਂ ਦਾ ਮੌਕੇ ਤੇ ਜਾਇਜ਼ਾ ਲੈਣ ਪਹੁੰਚੇ। ਉਹਨਾਂ ਪੀਲੀ ਕੁੰਗੀ ਦੀ ਮਾਰ ਚੱਲ ਰਹੀ ਫਸਲ ਉੱਤੇ ਫੌਰਨ ਸਪਰੇਅ ਕਰਨ ਦੇ ਆਦੇਸ਼ ਜਾਰੀ ਕੀਤੇ। ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਕੀ ਕਿਹਾ, ਆਓ ਸੁਣਦੇ ਹਾਂ। ਪਾਇਆ ਗਿਆ ਜੀ, ਜਿਹੜੀ ਪੀਲੀ ਕੁੰਗੀ ਹੈ ਕਿਉਂ ਲੱਗਦੀ ਹੈ, ਕੀ ਬਿਮਾਰੀ ਹੁੰਦੀ ਹੈ, ਥੋੜਾ ਡਿਟੇਲ ਚ। ਇਹ ਜਿਹੜੀ ਹੈ ਲਾਗ ਵਾਲੀ ਬਿਮਾਰੀ ਹੈ ਤੇ ਪਹਾੜੀ ਇਲਾਕਿਆਂ 'ਚ ਪਹਿਲਾਂ ਸ਼ੁਰੂ ਹੁੰਦੀ ਹੈ। ਇਹ ਕਣਕ ਦੀ ਬਿਮਾਰੀ ਦੇ ਲਈ ਹੁਣ ਇਸ ਬਿਮਾਰੀ ਲਈ ਜਿਹਨੂੰ ਅਸੀਂ ਪੀਲੀ ਕੁੰਗੀ ਜਾਂ ਯੈਲੋ ਰਸਟ ਵੀ ਕਹਿੰਦੇ ਆ, ਤੇ ਇਹਦੇ ਜਿਹੜੇ ਕਣ ਨੇ ਪਹਾੜਾਂ ਤੋਂ ਜਦੋਂ ਟ੍ਰਾਂਸਫਰ ਹੁੰਦੇ ਤਾਂ ਆਹ ਜਿਹੜੇ ਜ਼ਿਲ੍ਹੇ ਨੇ, ਖਾਸ ਕਰਕੇ ਰੋਪੜ ਦੇ ਵਿੱਚ ਅਨੰਦਪੁਰ ਸਾਹਿਬ 'ਚ ਹੌਟ ਸਪੌਟ ਪਹਿਲਾਂ ਵੀ ਰਹੇ ਨੇ, ਤੇ ਐਰਕੀ ਵੀ ਅਸੀਂ ਜਦੋਂ ਹੁਣ ਬਾਕੀ ਬਲਾਕਾਂ 'ਚ ਵੀ ਤੇ ਬਾਕੀ ਜ਼ਿਲ੍ਹਿਆਂ 'ਚ ਵੀ ਕਰ ਰਹੇ ਹਾਂ, ਪਰ ਇਹਦੇ 'ਚ ਸਾਨੂੰ ਬਾਕੀ ਪੰਜਾਬ 'ਚ ਕਿਤੇ ਕੋਈ ਸਪੌਟ ਨਹੀਂ ਮਿਲਿਆ। ਅਨੰਦਪੁਰ 'ਚ ਸਾਨੂੰ ਸਪੌਟ ਮਿਲਿਆ, ਤੇ ਇਸ ਕਰਕੇ ਹੁਣ ਅਸੀਂ ਆਪਦੇ ਵੱਖ-ਵੱਖ ਜ਼ਿਲ੍ਹੇ ਲੈਵਲ ਦੀਆਂ ਤੇ ਸਟੇਟ ਲੈਵਲ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਦਾ ਗਠਨ ਕਰ ਦਿੱਤਾ ਹੈ, ਤੇ ਉਹ ਟੀਮਾਂ ਇਹਦਾ ਲਗਾਤਾਰ ਸਰਵੇ ਕਰਦੇ ਰਹਿਣਗੀਆਂ। ਤੇ ਕਿਉਂਕਿ ਇਹਦਾ ਹਮਲੇ ਵਾਲੇ ਖੇਤਾਂ 'ਚ ਜਿੱਥੇ ਸਪੌਟ ਹੈਗਾ, ਅਗਰ ਉਨੀ ਕੁ ਥਾਂ 'ਤੇ ਕਰਦੀ ਹੈ ਤਾਂ ਇਹ ਅੱਗੇ ਨਹੀਂ ਫੈਲਦੀ। ਤੇ ਇਸ ਲਈ ਅਸੀਂ ਕਿਸਾਨਾਂ ਨੂੰ ਇਹ ਗਾਈਡ ਕਰਨਾ ਵੀ ਬਲੈਂਕਟ ਸਪਰੇਅ ਨਾ ਕਰਨ। ਨੁਕਸਾਨ ਕੀ ਹੈ ਸਰ? ਇਹਦਾ ਨੁਕਸਾਨ ਜੀ ਕਾਫੀ, ਇਹਦਾ 10-15% ਤੋਂ ਲੈ ਕੇ 25-30% ਤੋਂ ਵੀ ਜ਼ਿਆਦਾ ਜਿਹੜਾ ਝਾੜ 'ਤੇ ਫਰਕ ਪੈ ਜਾਂਦਾ ਹੈ ਜੇ ਅਗਰ ਇਹ ਬਿਮਾਰੀ ਨੂੰ ਕੰਟਰੋਲ ਨਾ ਕੀਤਾ ਜਾਵੇ। ਇਹਦੇ ਨਾਲ ਪੱਤੇ ਦੇ ਉੱਤੇ ਪੀਲੇ ਜਿਹੇ ਕਣ ਨਜ਼ਰ ਆਉਂਦੇ ਆ, ਕਿਸਾਨ ਵੀਰ ਦੇਖ ਸਕਦੇ ਆ, ਤੇ ਉਹ ਪਾਊਡਰ ਵਰਗੇ ਹੁੰਦੇ ਆ। ਤੇ ਅਗਰ ਉਹ ਆਪਦੇ ਖੇਤ ਦਾ ਰੈਗੂਲਰ ਸਰਵੇ ਕਰਦੇ ਰਹਿਣ, ਕੋਸ਼ਿਸ਼ ਇਹ ਵੀ ਕਰਨ ਵੀ ਜਿਹੜੇ ਖੇਤਾਂ 'ਚ ਇਹ ਕੁੰਗੀ ਦਾ ਇਹਨਾਂ ਨੂੰ ਹਮਲਾ ਨਜ਼ਰ ਆਵੇ, ਤੇ ਕਿਉਂਕਿ ਇਹ ਕਣ ਕਈ ਵਾਰੀ ਕੱਪੜਿਆਂ ਨਾਲ ਲੱਗ ਕੇ ਦੂਜੇ ਖੇਤਾਂ 'ਚ ਚਲ ਜਾਂਦੇ ਆ, ਤੇ ਇਹ ਬਿਲਕੁਲ ਧਿਆਨ ਰੱਖਣ ਜਿਹੜੇ ਖੇਤਾਂ 'ਚ ਇਹੋ ਜਿਹੇ ਬੂਟੇ ਮਿਲਦੇ ਆ, ਅਗਰ ਇਹਨਾਂ ਦੇ ਕਿਸਾਨ ਦੇ ਜਾਂ ਸਾਡੇ ਸਾਥੀ ਜਿਹੜੇ ਸਰਵੇ ਕਰਦੇ ਆ ਉਹ ਵੀ ਇhtiyat ਕਰ ਰਹੇ ਆ ਵੀ ਉਹਨਾਂ ਦੇ ਕੱਪੜਿਆਂ ਨਾਲ ਕਣ ਲੱਗ ਕੇ ਵੀ ਦੂਜੇ ਖੇਤਾਂ 'ਚ ਜਾ ਵੜਦੇ ਆ। ਤੇ ਇਸ ਕਰਕੇ ਇਹਨਾਂ ਨੂੰ ਬਚਾਉਣ ਦੀ ਲੋੜ ਹੈ, ਤੇ ਬਲੈਂਕਟ ਸਪਰੇਅ ਨਹੀਂ ਕਰਨੀ ਗੀ। ਸਪਰੇਅ ਜਿਹੜੀ ਸਾਡੀਆਂ ਰਿਕਮੈਂਡਡ ਸਪਰੇਆਂ ਨੇ, ਬਲੈਂਕਟ ਵੀ ਇਹ ਨਹੀਂਗਾ ਵੀ ਹੈਗੀ ਤਾਂ ਤੁਹਾਡੇ ਇੱਕ ਮਰਲੇ ਥਾਂ 'ਤੇ ਹੈ ਤੇ ਤੁਸੀਂ 10 ਕਿੱਲਿਆਂ 'ਤੇ ਸਪਰੇਅ ਕਰਤੀ, ਕਿਉਂਕਿ ਇਹ ਉਹਨੇ ਸਪੌਟਸ ਦੇ ਉੱਤੇ ਹੀ ਕਈ ਵਾਰੀ ਹੋ ਸਕਦਾ ਹੁਣ ਮੌਸਮ ਬਦਲ ਜਾਵੇ, ਟੈਂਪਰੇਚਰ ਵੱਧ ਜੇ, ਜਾਂ ਹੁਣ ਬਾਰਿਸ਼ ਪੈ ਗਈ ਹੈ, ਤੁਹਾਡੀ ਸਪਰੇਅ ਦਾ ਅਸਰ ਵੀ ਨਹੀਂ ਹੋਣਾ, ਤੇ ਬਾਰਿਸ਼ ਨਾਲ ਇੱਕ ਵਾਰੀ ਕਣ ਧੋਤੇ ਵੀ ਜਾਂਦੇ ਆ। ਤਾਂ ਇਹ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣਾ ਪੈਣਾ। ਸਾਡੇ ਮਾਹਰ ਜਿਹੜੇ ਨੇ ਉਹ ਖੇਤਾਂ 'ਚ ਵੀ ਗੇੜਾ ਮਾਰ ਰਹੇ ਆ, ਪਿੰਡਾਂ 'ਚ ਕੈਂਪ ਵੀ ਲਗਾ ਰਹੇ ਆ। ਪਿੰਡਾਂ ਦੇ ਵਿੱਚ ਹੁਣ ਅਸੀਂ ਸਪੀਕਰਾਂ 'ਤੇ ਅਨਾਊਂਸਮੈਂਟ ਵੀ ਕਰਾਵਾਂਗੇ ਤਾਂ ਕਿ ਕਿਸਾਨ ਘੱਟੋ ਘੱਟ ਖਰਚੇ ਨਾਲ ਇਹਨੂੰ ਕੰਟਰੋਲ ਕਰ ਸਕਣ। ਤੇ ਦਵਾਈ ਤੁਸੀਂ ਰეკਮੈਂਡ ਕਰਦੇ? ਇਹਦੇ 'ਚ ਪ੍ਰੋਪੀਕੋਨਾਜ਼ੋਲ ਹੈ, ਪਲੱਸ ਦੂਜੀਆਂ 1-2 ਸਪਰੇਆਂ ਹੋਰ ਹੈਗੀਆਂ ਨੇ ਜਿਹੜੀਆਂ ਇਹਦੇ ਸਾਡੀਆਂ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀਆਂ ਨੇ, ਉਹ ਬਹੁਤ ਘੱਟ ਕੀਮਤ 'ਤੇ ਤੁਹਾਨੂੰ ਅਵੇਲੇਬਲ ਨੇ, ਤੇ ਕਿਸਾਨ ਵੀਰਾਂ ਨੂੰ ਸਾਰੀਆਂ ਦੁਕਾਨਾਂ 'ਤੇ ਉਪਲਬਧ ਨੇ। ਕੋਈ ਕਿਉਂਕਿ ਖਰਚਾ ਬਹੁਤ ਘੱਟ ਹੈ, ਤੇ ਜੇ ਲੋੜ ਪਈ ਤਾਂ ਅਸੀਂ ਵੀ ਦਵਾਈ ਉਪਲਬਧ ਕਰਾਵਾਂਗੇ। ਸਰ ਸਭ ਤੋਂ ਜ਼ਿਆਦਾ ਕਿਹੜਾ ਬੀ ਹੈ ਜਿਹਨੂੰ ਇਹ ਬਿਮਾਰੀ ਲੱਗੀ? ਦੇਖੋ 2967 ਜਿਹੜਾ ਸਾਡਾ ਵੈਰਾਈਟੀ ਸੀਗੀ, ਉਹ ਇਸ ਏਰੀਏ ਦੇ ਵਿੱਚ ਉਹਨੂੰ ਕਾਫੀ ਪਹਿਲਾਂ ਲੱਗਦੀ ਸੀਗੀ, ਤਾਂ ਉਹ ਵੈਰਾਈਟੀ ਅਸੀਂ ਇਸ ਏਰੀਏ ਦੇ ਵਿੱਚ ਐਰਕੀ ਬਿਜਾਈ ਨਹੀਂ ਹੋਣ ਦਿੱਤੀ। ਜੇ ਕਿਤੇ ਕਿਸਾਨ ਨੇ ਕੋਈ ਆਪਦੇ ਘਰ ਦਾ ਬੀਜ ਥੋੜ੍ਹਾ ਬਹੁਤਾ ਬੀਜ ਲਿਆ ਹੋਵੇ ਤਾਂ ਬੀਜ ਲਿਆ ਹੋਵੇ, ਅਦਰਵਾਈਜ਼ ਇਸ ਏਰੀਏ ਦੇ ਵਿੱਚੋਂ ਉਹ ਅਸੀਂ ਵੈਰਾਈਟੀ ਹੈ ਉਹਨੂੰ ਬੀਜਣ ਤੋਂ ਅਸੀਂ ਕਿਸਾਨਾਂ ਨੂੰ ਗਾਈਡ ਕਰਤਾ ਸੀ, ਤਾਂ ਕਿਸਾਨਾਂ ਨੇ ਸਾਡਾ ਕਹਿਣਾ ਵੀ ਮੰਨਿਆ। ਹੁਣ ਇਹ ਨਵੀਆਂ ਵੈਰਾਈਟੀਆਂ ਜਿਵੇਂ 3086 ਆ ਜਾਂ ਦੂਜੀਆਂ ਵੈਰਾਈਟੀਆਂ 'ਤੇ ਇਹਦਾ ਹਮਲਾ ਦੇਖਣ ਨੂੰ ਮਿਲਿਆ, ਪਰ ਕਿਉਂਕਿ 3086 ਬਿਲਕੁਲ ਪ੍ਰੋਨ ਵੈਰਾਈਟੀ ਸੀ, ਉਹ ਬੜੀ ਇਹਦੇ ਪ੍ਰਤੀ ਉਹਨੂੰ ਬਿਮਾਰੀ ਸਭ ਤੋਂ ਜ਼ਿਆਦਾ ਲੱਗਦੀ ਸੀ, ਉਹ ਇੱਥੋਂ ਹਟਾ ਦਿੱਤੀ ਹੈ। ਹੁਣ ਬਿਮਾਰੀ ਦਾ ਹਮਲਾ ਵੈਸੇ ਵੀ ਘੱਟ ਹੋਊਗਾ, ਪਰ ਸਾਡੀਆਂ ਟੀਮਾਂ ਪੂਰੀਆਂ ਵਿਜੀਲੈਂਟ ਨੇ, ਔਰ ਸਾਡੇ ਜੁਆਇੰਟ ਡਾਇਰੈਕਟਰ ਦੀਆਂ ਅਸੀਂ ਜ਼ਿਲ੍ਹੇ ਵੰਡਤੇ ਨੇ, ਉਹ ਸਾਰੇ ਉਹਨਾਂ 'ਚ ਜਾਣਗੇ, ਤੇ ਇਹ ਪੂਰਾ ਸਰਵੇਲੈਂਸ ਰੱਖਾਂਗੇ ਤਾਂ ਜੋ ਕਿਸਾਨਾਂ ਦਾ ਘੱਟੋ ਘੱਟ ਖਰਚੇ ਨਾਲ ਇਹਨੂੰ ਕੰਟਰੋਲ ਕਰ ਸਕੀਏ, ਤੇ ਮੌਸਮ ਦੇ ਬਦਲਾਅ ਨਾਲ ਇਹਨੇ ਆਟੋਮੈਟਿਕਲੀ ਵੀ ਖਤਮ ਹੋ ਜਾਣਾ।
29-67 ਦਾ ਜਿੱਦਾਂ ਕਾਫੀ ਦੇਰ ਤੋਂ ਹਮਲਾ ਹੁੰਦਾ ਸੀ, ਹੁਣ 30-86 ਵੀ ਦੀ ਪਕੜ ਚ ਆ ਗਈ। ਹਾਂ, ਇਹਦੀ ਪਕੜ ਚ ਆਈ ਹੈ। ਉਹਦੇ ਬਹੁਤ ਥੋੜੇ ਸਾਨੂੰ ਜਿਵੇਂ ਹੁਣ ਅੱਜ ਸਿਰਫ ਇੱਥੇ ਨਿੱਕੂ ਨੰਗਲ 'ਚ 2 ਪਲਾਟ ਮਿਲੇ ਨੇ, ਹੋਰ ਕਿਸੇ ਵੀ ਪਿੰਡ 'ਚ ਸਾਨੂੰ ਕੋਈ ਪਲਾਟ ਨਹੀਂ ਮਿਲਿਆ। ਜੇਕਰ ਇਹ ਦੋਨੋਂ ਬੀਜ ਨਾ ਬੀਜੇ ਜਾਣ ਤਾਂ ਇਹ ਬਿਮਾਰੀ ਨਹੀਂ ਹੋਏਗੀ ਜੀ। ਬਿਲਕੁਲ, ਇਹਦੇ 'ਚ ਇਹਦਾ ਵੱਡਾ ਰੋਲ ਮੌਸਮ ਦਾ ਵੀ ਹੈ ਪਲੱਸ ਇਹ ਬਿਮਾਰੀਆਂ ਦਾ ਵੀ ਹੈ, ਵੈਰਾਈਟੀਆਂ ਕਿਸਮਾਂ ਦਾ ਵੀ ਹੈ। ਅਗਰ ਇਹ ਕਿਸਮਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਅਸੀਂ ਕਿਸਾਨਾਂ ਨੂੰ ਕਹੀਏ ਵੀ ਇਸ ਏਰੀਏ 'ਚ ਘੱਟ, ਖਾਸ ਕਰਕੇ ਕੰਢੀ ਬੈਲਟ 'ਚ ਇਹਨੂੰ ਬੀਜਣ ਤੋਂ ਗਰੇਜ਼ ਕਰੋ। ਤੇ ਸਾਡੇ ਕੋਲ ਦੂਜੀਆਂ ਵੈਰਾਈਟੀਆਂ ਅਵੇਲੇਬਲ ਨੇ ਜਿਨ੍ਹਾਂ ਨੂੰ ਇਹ ਬਿਮਾਰੀ ਨਹੀਂ ਲੱਗਦੀ। ਕਿਸਾਨ ਵੀਰਾਂ ਨੂੰ ਅਸੀਂ ਉਹ ਬੀਜ ਵੀ ਉਪਲਬਧ ਕਰਾਵਾਂਗੇ। ਐਤਕੀ ਵੀ ਸਬਸਿਡੀ 'ਤੇ ਉਪਲਬਧ ਕਰਾਇਆ। ਤਾਂ ਮੇਰੇ ਖਿਆਲ ਇਹ ਬਿਮਾਰੀ ਕੋਈ ਏਡੀ ਸੀਰੀਅਸ ਬਿਮਾਰੀ ਹਾਲ ਦੀ ਘੜੀ ਨਹੀਂ ਹੈਗੀ, ਪਰ ਫਿਰ ਵੀ ਅਸੀਂ ਵਿਜੀਲੈਂਟ ਹੋ ਕੇ ਪਹਿਲਾਂ ਹੀ ਇਹਨੂੰ ਕਾਬੂ ਕਰਨ ਲਈ ਉਪਰਾਲੇ ਲਾਮ ਦਿੱਤੇ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਸਰ ਇਹ ਬਿਮਾਰੀ ਇਸ ਤਰ੍ਹਾਂ ਆ ਗਈ ਹੈ? ਨਹੀਂ, ਇਹਨਾਂ ਨੇ ਕੈਂਪ ਵੀ ਲਾਇਆ ਸੀਗਾ। ਮੋਰਓਵਰ ਇਹ ਜਿਹੜਾ ਸਮਾਂ ਹੈ ਜਨਵਰੀ ਦਾ, ਹਰ ਸਾਲ ਸਾਡੀ ਸਰਵੇਲੈਂਸ ਚਾਲੂ ਹੁੰਦੀ ਹੈ। ਅਸੀਂ ਇਹਨੂੰ ਸਰਵੇਲੈਂਸ ਨੂੰ ਸ਼ੁਰੂ ਕਰਤਾ ਸੀ। ਸਾਡੇ ਖੇਤੀਬਾੜੀ ਵਿਕਾਸ ਅਫਸਰ ਅਮਰਜੀਤ ਸਿੰਘ ਤੇ ਬਲਾਕ ਖੇਤੀਬਾੜੀ ਅਫਸਰ ਇੱਥੇ ਜਦੋਂ ਇਹਨਾਂ ਨੇ ਕੈਂਪ ਲਗਾਇਆ, ਇਹਨਾਂ ਨੇ ਕਿਸਾਨਾਂ ਨੂੰ ਦੱਸਿਆ, ਤਾਂ ਕਿਸਾਨਾਂ ਦੇ ਨਾਲ ਜਦੋਂ ਖੇਤ 'ਚ ਗਏ ਤੇ ਇਹਨਾਂ ਨੇ ਡਿਟੈਕਟ ਕੀਤਾ। ਤੇ ਇਹ ਸਾਡੀਆਂ ਟੀਮਾਂ ਕਿਉਂਕਿ ਇਸ ਸਮੇਂ ਸਾਨੂੰ ਵਿਜੀਲੈਂਟ ਹੋਣਾ ਹੀ ਪੈਂਦਾ, ਤੇ ਇਹ ਅਸੀਂ ਅਗੇਤਾ ਉਪਰਾਲਾ ਸ਼ੁਰੂ ਕਰਕੇ ਤੇ ਤਾਂ ਜੋ ਮੌਸਮ ਨੂੰ ਵੇਖਦੇ ਹੋਏ, ਸਾਨੂੰ ਪਤਾ ਹੁਣ ਵੀ ਮੌਸਮ ਇਹੋ ਜਿਹਾ ਹੋ ਗਿਆ, ਇਸ ਵਿੱਚ ਆ ਬਿਮਾਰੀ ਲੱਗ ਸਕਦੀ ਹੈ, ਤਾਂ ਅਸੀਂ ਅਗੇਤੇ ਉਪਰਾਲੇ ਸ਼ੁਰੂ ਕਰਤੇ। ਜਿੱਦਾਂ ਮੌਸਮ ਖੁੱਲ੍ਹੇਗਾ, ਧੁੱਪ ਚੜ੍ਹੇਗੀ, ਬਿਮਾਰੀ ਆਟੋਮੈਟਿਕਲੀ ਘਟੇਗੀ। ਮੈਂ ਅਮਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਨਾਗਪੁਰ ਸਾਹਿਬ। ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਸੀਂ 7 ਜਨਵਰੀ ਨੂੰ ਪਿੰਡ ਨਿੱਕੂ ਨੰਗਲ ਵਿਖੇ ਖੇਤੀਬਾੜੀ ਸੰਬੰਧੀ ਕੈਂਪ ਲਗਾਇਆ। ਇਸ ਕੈਂਪ ਦੇ ਵਿੱਚ ਇਕੱਤਰਿਤ ਹੋਏ ਕਿਸਾਨ ਵੀਰਾਂ ਨੂੰ ਅਸੀਂ ਕੀੜੀ ਕੁੰਗੀ ਬਾਰੇ ਜਾਣਕਾਰੀ ਦਿੱਤੀ ਵੀ ਕੀੜੀ ਕੁੰਗੀ ਨੂੰ ਅਸੀਂ ਖੇਤ ਦੇ ਵਿੱਚ ਜਾ ਕੇ ਪਛਾਣਨਾ ਕਿਵੇਂ, ਕਿਉਂਕਿ ਪੀਲਾਪਣ ਜਿਹੜਾ ਹੈਗਾ ਕਣਕ ਦਾ ਉਹ ਬਹੁਤ ਕਾਰਨਾਂ ਕਰਕੇ ਆ ਜਾਂਦਾ, ਲੇਕਿਨ ਜਦੋਂ ਤੱਕ ਹਲਦੀ ਜਿਹੜੀ ਹੈਗੀ ਹੈ ਪੱਤੇ ਦੇ ਉੱਤੇ ਨਹੀਂ ਅਸੀਂ ਦੇਖਦੇ ਹਾਂ, ਨਹੀਂ ਸਾਡੇ ਹੱਥ ਵਿੱਚ ਆਉਂਦੀ ਹੈ, ਜਾਂ ਸਾਨੂੰ ਨਹੀਂ ਪਤਾ ਲੱਗਦਾ ਵੀ ਹਲਦੀ ਆ ਰਹੀ ਹੈ, ਉਦੋਂ ਹੀ ਅਸੀਂ ਕਹਾਂਗੇ ਵੀ ਪੀਲੀ ਕੁੰਗੀ ਜਿਹੜੀ ਹੈਗੀ ਹੈ ਇਸ ਖੇਤ ਦੇ ਵਿੱਚ ਫਸਲ ਨੂੰ ਲੱਗੀ ਹੋਈ ਹੈ। ਔਰ ਸ਼ੁੱਕਰਵਾਰ ਨੂੰ 14 ਤਰੀਕ ਨੂੰ ਅਸੀਂ ਇਸ ਪਿੰਡ ਦੇ ਵਿੱਚ ਸਾਡੀ ਸਬ ਇੰਸਪੈਕਟਰ ਰਾਜਕੁਮਾਰ ਜੀ ਉਹਨਾਂ ਦੇ ਨਾਲ ਅਸੀਂ ਖੇਤ ਦੇਖ ਰਹੇ ਸੀ ਕਿ ਸਾਨੂੰ ਫਾਰਮਰ ਨੇ ਵੀ ਦੱਸਿਆ ਵੀ ਮੇਰੀ ਕਣਕ ਪੀਲੀ ਪੈ ਰਹੀ ਹੈਗੀ, ਤੁਸੀਂ ਦੇਖੋ ਆ ਕਿ ਅਸੀਂ ਖੁਦ ਆਪ ਜਾ ਕੇ ਖੇਤ ਚੈੱਕ ਕੀਤਾ। ਤੇ ਜਦੋਂ ਅਸੀਂ ਆਲੇ ਦੁਆਲੇ ਵਾਲੇ ਖੇਤ ਚੈੱਕ ਕਰ ਰਹੇ ਸੀਗੇ ਤਾਂ 2 ਖੇਤ ਸਾਨੂੰ ਜਿਹੜੇ ਹੈਗੇ ਆ ਉਹ ਕੀੜੀ ਕੁੰਗੀ ਨਾਲ ਜਿਹੜੇ ਹੈਗੇ ਆ ਬਿਮਾਰੀ ਨਾਲ ਲੱਗੇ ਹੋਏ ਸੀਗੇ। ਇੱਕ ਖੇਤ ਦਾ ਸਾਈਜ਼ 1 ਕਨਾਲ ਸੀਗਾ, ਉਹ ਹਰਬੰਸ ਲਾਲ ਜੀ ਹੈਗੇ ਨੇ, ਤੇ ਦੂਸਰਾ ਖੇਤ ਦਾ ਕੋਈ ਸ਼੍ਰੀ ਪੱਪੀ ਜੀ ਹੈਗੇ ਆ, ਉਹ 1 ਕਨਾਲ ਹੈਗਾ। ਤੇ ਇੱਕ ਕਿਸਾਨ ਵੀਰ ਨੇ HD 3086 ਕਿਸਮ ਲਾਈ ਹੋਈ ਹੈ, ਤੇ ਇੱਕ ਕਿਸਾਨ ਵੀਰ ਨੇ HD 2960 ਕਿਸਮ ਲਾਈ ਹੈ। ਮੈਂ ਥੋੜ੍ਹੀ ਜਿਹੀ ਜਾਣਕਾਰੀ ਦੇਣੀ ਚਾਹੁੰਦਾ ਕਿ ਜਿਹੜਾ HD 2960 ਹੈ, ਪਿਛਲੇ 3 ਸਾਲਾਂ ਤੋਂ ਖੇਤੀਬਾੜੀ ਵਿਭਾਗ ਜਿਹੜਾ ਹੈਗਾ ਸਬਸਿਡੀ ਤੇ ਕਿਸਾਨਾਂ ਨੂੰ ਬੀਜ ਉਪਲਬਧ ਨਹੀਂ ਕਰਾ ਰਹੇ, ਕਿਉਂਕਿ ਇਸ ਬੀਜ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਇਹੀ ਆ ਕਿ ਸਭ ਤੋਂ ਪਹਿਲਾਂ ਕੀੜੀ ਕੁੰਗੀ ਜਿਹੜੀ ਬਿਮਾਰੀ ਹੈਗੀ ਆ ਇਸ ਕਿਸਮ ਨੂੰ ਹੀ ਲੱਗਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਵੈਰਾਈਟੀਆਂ ਜਿਵੇਂ HD 3086 ਹੈ, PBW 343 ਉन्नत ਹੈਗੀ ਹੈ, PBW 725 ਹੈਗੀ ਹੈ, PBW 550, ਇਹ ਜਿਹੜੀਆਂ ਕਣਕ ਦੀਆਂ ਕਿਸਮਾਂ ਹੈਗੀਆਂ ਇਹ ਕੁਛ ਹੱਦ ਤੱਕ ਪ੍ਰਤੀਰੋਧਕ ਕੀੜੀ ਕੁੰਗੀ ਨੂੰ ਹੈਗੀਆਂ ਨੇ ਬਿਮਾਰੀ ਨੂੰ। ਸੋ 2960 ਜਿਹੜੀ ਹੈਗੀ ਖੇਤੀਬਾੜੀ ਵਿਭਾਗ ਨੇ ਵੀ ਕਿਸਾਨਾਂ ਨੂੰ ਉਪਲਬਧ ਕਰਾਉਣੀ ਬੰਦ ਕਰ ਦਿੱਤੀ ਹੈ। ਇੱਕ ਵਾਰ ਤੁਸੀਂ ਜਿਹੜੇ ਉੱਚ ਅਧਿਕਾਰੀ ਹੈ ਜਾਂ ਲੁਧਿਆਣੇ ਤੋਂ ਆਏ ਉਹਨਾਂ ਨੂੰ ਦੱਸਿਆ, ਉਹ ਵੀ ਅਸੀਂ ਸ਼ੁੱਕਰਵਾਰ ਨੂੰ ਜਿਹੜਾ ਹੈਗਾ ਜਦੋਂ ਸਾਨੂੰ ਇਸ ਪਲਾਟ ਦਾ ਅਸੀਂ ਦੇਖਿਆ ਹੈਗਾ ਵੀ ਇਸ ਪਲਾਟ ਦੇ ਵਿੱਚ ਪੀਲੀ ਕੁੰਗੀ ਲੱਗੀ ਹੋਈ ਹੈ, ਅਸੀਂ ਨਾਲ ਦੀ ਨਾਲ ਹੀ ਇਸ ਖੇਤ ਦੇ ਵਿੱਚ ਫਾਰਮਰ ਨੂੰ, ਕਿਸਾਨ ਨੂੰ ਮਿਲ ਕੇ ਅਸੀਂ ਨਾਲ ਦੀ ਨਾਲ ਇੱਥੇ ਸਪਰੇਅ ਕਰਵਾਈ ਹੈ। ਤੇ ਅਸੀਂ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਹੈ ਕਿ ਵੀ ਸਾਡੇ ਏਰੀਏ ਦੇ ਵਿੱਚ ਪੀਲੀ ਕੁੰਗੀ ਦੀ ਜਿਹੜੀ ਸਮੱਸਿਆ ਆਈ ਹੈਗੀ ਆ, 2 ਸਪੌਟ ਅਸੀਂ ਦੇਖੇ ਹੈਗੇ ਆ, ਤੇ ਨਾਲ ਦੀ ਨਾਲ ਹੀ ਅਸੀਂ ਉਹਨਾਂ 'ਤੇ ਸਪਰੇਅ ਵੀ ਕਰਵਾ ਦਿੱਤੀ ਹੈਗੀ ਹੈ। ਤੇ ਅੱਜ ਸਾਡੇ ਖੇਤੀਬਾੜੀ ਡਾਇਰੈਕਟਰ ਮੋਹਾਲੀ ਤੋਂ ਸਾਡੇ ਪਲਾਟ ਵੇਖਣ ਆਏ ਨੇ, ਤੇ ਇਹਨਾਂ ਨੇ ਸਾਡੇ ਪਲਾਟ ਵੀ ਚੰਗੀ ਤਰ੍ਹਾਂ ਚੈੱਕ ਕੀਤੇ ਨੇ। ਤੇ ਜੇ ਮੈਂ ਇੱਕ ਜਿਹੜੀ ਮੇਨ ਗੱਲ ਜਿਹੜੀ ਦੱਸਣੀ ਚਾਹੁੰਦਾ ਕਿਸਾਨ ਵੀਰਾਂ ਨੂੰ ਕਿ ਅੱਜ ਕੱਲ੍ਹ ਜਿਵੇਂ ਬਾਰਿਸ਼ ਪੈ ਰਹੀ ਹੈ, ਕੁਝ ਫਸਲਾਂ ਦੇ ਕਣਕ ਦੀ ਫਸਲ ਦੇ ਵਿੱਚ ਪੀਲਾਪਣ ਬਹੁਤ ਜ਼ਿਆਦਾ ਵੱਧ ਗਿਆ। ਸੋ ਮੈਂ ਬੇਨਤੀ ਕਰਦਾ ਵੀ ਇਹ ਜਿਹੜਾ ਪੀਲਾਪਣ ਹੈ ਇਹਨੂੰ ਪੀਲੀ ਕੁੰਗੀ ਨਾਲ ਨਾ ਜੋੜਿਆ ਜਾਵੇ। ਸਵੇਰੇ ਸ਼ਾਮ ਆਪਣੇ ਖੇਤ ਦਾ ਜਿਹੜਾ ਹੈਗਾ ਤੁਸੀਂ ਸਰਵੇਖਣ ਕਰੋ, ਜਦੋਂ ਤੱਕ ਤੁਹਾਡੇ ਹੱਥ ਦੇ ਵਿੱਚ ਪੀਲੀ ਰੰਗ ਦੀ ਹਲਦੀ ਦਾ ਪਾਊਡਰ ਨਹੀਂ ਆਉਂਦਾ ਉਦੋਂ ਤੱਕ ਪੀਲੀ ਕੁੰਗੀ ਨਹੀਂ ਹੈ। ਇੱਕ ਚੀਜ਼ ਹੋਰ ਮੈਂ ਜਿਹੜੀ ਦੱਸਣੀ ਚਾਹੁੰਦਾ ਵੀ ਜਦੋਂ ਇਹ ਬਿਮਾਰੀ ਪੈਂਦੀ ਹੈ ਉਸ ਸਮੇਂ ਹੀ ਸਪਰੇਅ ਕਰਨ ਦਾ ਫਾਇਦਾ ਹੈ। ਕੁਝ ਲੋਕ ਜਿਹੜੇ ਹੈਗੇ ਆ ਕਿਸਾਨ ਵੀਰ ਜਿਹੜੇ ਆ ਪਹਿਲਾਂ ਸਪਰੇਅ ਕਰ ਦਿੰਦੇ, ਹਾਂ ਜੀ ਮੇਰੇ ਗੁਆਂਢ 'ਚ ਨਾਲ ਵਾਲੇ ਖੇਤ 'ਚ ਪੀਲੀ ਕੁੰਗੀ ਹੈਗੀ, ਮੈਂ ਵੀ ਸਪਰੇਅ ਕਰਦਾ। ਸੋ ਮੈਂ ਦੱਸਣਾ ਚਾਹੁੰਦਾ ਕੋਈ ਵੀ ਕਿਸਾਨ ਵੀ ਇਸੇ ਤਰ੍ਹਾਂ ਵੇਖੋ ਵੇਖੀ ਢੋਲੀਆਂ ਨਾ ਚੱਕੇ, ਜਦੋਂ ਤੱਕ ਆਪਣੇ ਖੇਤ ਦੇ ਵਿੱਚ ਉਹ ਹਲਦੀ ਰੰਗ ਦਾ ਜਿਹੜਾ ਪਾਊਡਰ ਹੈ ਨਹੀਂ ਫਸਲ ਦੇ ਉੱਤੇ ਦੇਖਦਾ ਉਦੋਂ ਤੱਕ ਸਪਰੇਅ ਨਾ ਕੀਤੀ ਜਾਵੇ। ਹਾਂ, ਇੱਕ ਗੱਲ ਹੋਰ ਦੱਸਣੀ ਚਾਹੁੰਦਾ ਵੀ ਇੱਕ ਵਾਰੀ ਨੁਕਸਾਨ ਜਿਹੜਾ ਇਹ ਫਸਲ ਤੇ ਇਹ ਪੀਲੀ ਕੁੰਗੀ ਕਰ ਦਿੰਦੀ ਹੈ, ਉਸ ਨੁਕਸਾਨ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ।
ਇਹ ਜਿਹੜੀ ਸਪਰੇਅ ਹੈਗੀ ਆ ਅਵੇਲੇਬਲ ਹੈਗੀ ਆ, ਉਪਲਬਧ ਹੈਗੀਆਂ, ਇਹਨਾਂ ਨਾਲ ਸਿਰਫ ਇਸ ਬਿਮਾਰੀ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ। ਜਿੱਥੋਂ ਤੱਕ ਗੱਲ ਨੁਕਸਾਨ ਦੀ ਹੈਗੀ ਹੈ 10% ਤੋਂ ਲੈ ਕੇ 30% ਤੱਕ ਜਿਹੜਾ ਹੈਗਾ ਝਾੜ ਨੂੰ ਜਿਹੜਾ ਹੈਗਾ ਇਹ ਬਿਮਾਰੀ ਜਿਹੜੀ ਹੈਗੀ ਆ ਅਸਰ ਪਾ ਸਕਦੀ ਹੈ। ਸੋ ਇਹਦਾ ਇੱਕ ਸੌਖਾ ਜਿਹਾ ਝਟਕਾ ਤਰੀਕਾ ਹੈਗਾ ਵੀ ਸਵੇਰੇ ਤੁਸੀਂ ਆਪਣੀ ਜੋ ਵੀ ਪਜਾਮਾ ਪਾਇਆ, ਪੈਂਟ ਪਾਇਆ, ਆਪਣੇ ਖੇਤ ਦੇ ਵਿੱਚ ਤੁਸੀਂ ਇੱਕ ਪਾਸੇ ਤੋਂ ਲੰਘਲ ਜਾਓ, ਦੂਸਰੇ ਪਾਸੇ ਤੋਂ ਵਾਪਸ ਆ ਜਾਓ ਤੇ ਆਪਣੇ ਤੁਹਾਡੇ ਪੈਰ ਦੇ ਪਹੁੰਚੇ ਤੇ ਜੇ ਪੀਲੇ ਹਲਦੀ ਰੰਗ ਦਾ ਪਾਊਡਰ ਜਿਹੜਾ ਹੈਗਾ ਜੇ ਤੁਹਾਨੂੰ ਦਿਖਾਈ ਦਿੰਦਾ ਹੈਗਾ ਤਾਂ ਵਾਕਈ ਉਹ ਪੀਲੀ ਕੁੰਗੀ ਆ। ਅਦਰਵਾਈਜ਼ ਜੇ ਪੀਲਾਪਣ ਹੈਗਾ ਕਣਕ ਦੇ ਵਿੱਚ ਤਾਂ ਉਹਨੂੰ ਪੀਲੀ ਕੁੰਗੀ ਦੇ ਨਾਲ ਕਨਫਿਊਜ਼ ਨਾ ਕੀਤਾ ਜਾਵੇ। ਇਹ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ। ਜਿੱਥੋਂ ਤੱਕ ਇਹਦਾ ਰੋਕਥਾਮ ਦੀ ਗੱਲ ਹੈਗੀ ਆ 200 ਮਿਲੀਲੀਟਰ ਪ੍ਰੋਪੀਕੋਨਾਜ਼ੋਲ ਜਿਹੜਾ ਹੈਗਾ 150 ਲੀਟਰ ਪਾਣੀ ਦੇ ਵਿੱਚ ਪਰ ਇੱਕ ਏਕੜ ਦੇ ਹਿਸਾਬ ਦੇ ਨਾਲ ਅਸੀਂ ਜਿਹੜਾ ਹੈਗਾ ਇਸ ਬਿਮਾਰੀ ਦੀ ਰੋਕਥਾਮ ਕਰ ਸਕਦੇ ਹਾਂ। ਧੰਨਵਾਦ। ਨੰਗਲ ਤੋਂ LBS ਨਿਊਜ਼ ਦੇ ਲਈ ਅਵਿਨਾਸ਼ ਸ਼ਰਮਾ ਦੇ ਨਾਲ MK ਸ਼ਰਮਾ ਦੀ ਰਿਪੋਰਟ।